ਅੱਛਾ ਦੋਸਤੋ, ਇੱਥੇ ਜ਼ਾਹਿਦ ਸਾਹਿਬ ਦੇ ਰਕਬੇ ਦੇ ਵਿੱਚ ਇਹਨਾਂ ਨੇ ਇੱਕ ਹੋਰ ਤਜਰਬਾ ਕੀਤਾ ਹੈ। ਜਗ੍ਹਾ ਦਾ ਬੜਾ ਅੱਛਾ ਇਸਤੇਮਾਲ ਕੀਤਾ ਹੈ ਇਹਨਾਂ ਨੇ। ਜਨਾਬ, ਇੱਕ ਪੈਲੀ ਦੇ ਵਿੱਚ 3 ਫਸਲਾਂ ਲੈਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ ਹੋਇਆ। ਤੇ ਉਹ ਹੁਣ ਅਸੀਂ ਪੁੱਛਨੇ ਆ ਜੀ, ਇਹ ਕਿਹੜੀਆਂ ਕਿਹੜੀਆਂ ਫਸਲਾਂ ਨੇ ਜੀ, ਇਹਨਾਂ ਦੀ ਕੀ ਤਰਤੀਬ ਹੈ, ਇਹ ਫਸਲਾਂ ਆਉਣਗੀਆਂ ਕਿਵੇਂ, ਖਾਦਾਂ ਦਾ ਕੀ ਪਲਾਨ ਹੋਵੇਗਾ, ਉਹ ਥੋੜੀ ਜੀ ਮੋਟੀ ਮੋਟੀ ਗੱਲ ਸਾਡੇ ਲੋਕਾਂ ਨੂੰ ਦੱਸ ਦਿਓ ਜੀ। ਜੀ ਅਸਲਮ ਭਾਈ, ਬਹੁਤ ਮਿਹਰਬਾਨੀ। ਤੁਸੀਂ ਦੋਸਤਾਂ ਤੱਕ ਮਾਲੂਮਾਤ ਪਹੁੰਚਾ ਰਹੇ ਹੋ। ਮੈਂ ਸਮਝਦਾ ਕਿ ਬਹੁਤ ਬੜਾ ਕੰਮ ਹੈ ਕਿ ਦੋਸਤਾਂ ਨੂੰ ਅਪਡੇਟਸ ਮਿਲਦੇ ਰਹਿਣ ਵਕਤ ਦੇ ਨਾਲ ਨਾਲ। ਦੇਖੋ, ਜੋ ਲੋਕ ਵਕਤ ਦੇ ਨਾਲ ਨਹੀਂ ਚੱਲਦੇ ਉਹ ਪਿੱਛੇ ਰਹਿ ਜਾਂਦੇ ਨੇ ਜੀ, ਇਹ ਹਕੀਕਤ ਹੈ ਸਰ। ਬਿਲਕੁਲ। ਤੇ ਤੁਸੀਂ ਪੂਰੀ ਦੁਨੀਆ ਦੀ ਨਜ਼ਰ ਦੌੜਾ ਲਓ, ਜੋ ਲੋਕ ਉਹਨਾਂ ਨੇ ਵਕਤ ਦੇ ਨਾਲ ਨਾਲ ਅਪਡੇਟ ਨਹੀਂ ਕੀਤਾ ਆਪਣੇ ਆਪ ਨੂੰ, ਉਹ ਪਿੱਛੇ ਰਹਿ ਗਏ, ਬਹੁਤ ਪਿੱਛੇ ਰਹਿ ਗਏ। ਸਰ ਮੈਂ ਨਾ ਇੱਕ ਨਿੱਕੀ ਜਿਹੀ ਮਿਸਾਲ ਇੱਥੇ ਦੇਣਾ ਚਾਹਾਂਗਾ ਜੀ। ਉਹ ਹੈ ਤੇ ਇਹਨੇ ਤੋਂ ਹਟ ਕੇ, ਲੇਕਿਨ ਉਹ ਜਿਹੜੀ ਜ਼ਾਹਿਦ ਸਾਹਿਬ ਗੱਲ ਕਰਦੇ ਪਏ ਨਾ ਜੀ, ਉਹਦੇ ਤੇ ਪਰਫੈਕਟ ਬਹਿੰਦੀ ਹੈ। ਅਸੀਂ ਸਰ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ, ਤੇ ਸਾਡੇ ਮੁਹੱਲੇ ਦੇ ਵਿੱਚ ਨਾ ਇੱਕ ਚਿਪਸ ਵਾਲਾ ਹੁੰਦਾ ਸੀ, ਨਦੀਮ। ਉਹ ਮਤਲਬ ਹੁਣ ਮੇਰੀ ਇੰਨੀ ਉਮਰ ਹੋ ਗਈ ਹੈ ਤੇ ਉਹ ਚਿਪਸ ਹੀ ਲਾ ਰਿਹਾ ਸੀ। ਯਕਦਮ ਕੀ ਹੋਇਆ ਕਿ ਉਹਨੂੰ ਉਹ ਦੁਕਾਨ ਵੇਚਣੀ ਪਈ, ਖਤਮ ਹੋ ਗਈ, ਉਹ ਚਲਾ ਗਿਆ। ਉਹ ਨੁਕਸ ਕੀ ਨਿਕਲਿਆ ਜੀ, ਉਹ ਮਤਲਬ 20-25 ਸਾਲ ਤੋਂ ਸਿਰਫ ਚਿਪਸ ਤੇ ਹੀ ਰਿਹਾ। ਉਹ ਨਵੀਆਂ ਚੀਜ਼ਾਂ ਆ ਗਈਆਂ, ਸਮੋਸੇ ਆ ਗਏ, ਰੋਲ ਆ ਗਏ, ਸ਼ਵਾਰਮੇ ਆ ਗਏ, 버ਗਰ ਆ ਗਏ, ਉਹਨੇ ਉਹਨਾਂ ਨਾਲ ਧਿਆਨ ਹੀ ਨਹੀਂ ਦਿੱਤਾ। ਤੇ ਇੱਕ ਵਕਤ ਉਹ ਆਇਆ ਕਿ ਉਹਦੇ ਨਾਲ ਥੋੜੇ ਤੇ ਬੰਦਾ ਆ ਕੇ ਬਹਿ ਗਿਆ ਜੀ। ਉਹਨੇ ਚਿਪਸ ਵੀ ਲਾ ਲਈ, ਉਹਨੇ ਨਾਲ ਸ਼ਵਾਰਮੇ ਵੀ ਰੱਖ ਲਏ, ਉਹਨੇ ਇਹੋ ਜਿਹੀਆਂ ਚੀਜ਼ਾਂ ਰੱਖ ਲਈਆਂ ਤੇ ਉਹਦਾ ਵਜੂਦ ਖਤਮ ਹੋ ਗਿਆ। ਬਿਲਕੁਲ ਸਹੀ। ਤੇ ਮੇਰਾ ਖਿਆਲ ਹੈ ਜੀ ਮੈਂ ਮਿਸਾਲ ਸਹੀ ਦਿੱਤੀ, ਬਹੁਤ ਅੱਛੀ ਦਿੱਤੀ ਤੁਸੀਂ। ਦੇਖੋ ਜੀ, ਬਿਲਕੁਲ ਸਹੀ ਕਹਿ ਰਹੇ ਹੋ। ਤੇ ਉਹੀ ਗੱਲ ਹੈ ਕਿ ਦੇਖੋ, ਇਹ ਦਰਮਿਆਨ 'ਚ ਸਪੇਸ ਸੀ, ਇਹ ਕੱਦੂ ਲਗਾਏ ਗਏ ਨੇ ਜਨਾਬ, ਇਹਦੇ 'ਚ ਟਨਲ 'ਚ। ਇਹ ਕੱਦੂ ਦੀ ਹੈ ਜੀ? ਇਹ ਕੱਦੂ ਨੇ ਜੀ। ਠੀਕ ਹੈ ਜੀ। ਤੇ ਇਹਦੇ ਨਾਲ ਮਿਰਚ ਦਾ ਨਾ ਕਿਹੜਾ ਉਹ ਆਪਣਾ ਬਾਅਦ 'ਚ ਲਗਾਣੇ ਨੇ, ਕਿੰਨੇ ਦਿਨ ਤੱਕ ਲਗਾਣੇ ਨੇ? ਹਾਂ ਨਾਸਰ ਆ ਜਾਓ, ਇਹ ਮੁਹੰਮਦ ਨਾਸਰ ਹੈ ਜੀ, ਇਹ ਸਾਰੇ ਮਾਮਲਾਤ ਨੂੰ ਦੇਖ ਰਿਹਾ। ਠੀਕ ਹੈ ਜੀ। ਇਹ ਤਫਸੀਰ ਨਾਲ ਤੁਹਾਨੂੰ ਆਪਣਾ ਅੱਛਾ ਨਾਸਰ ਭਾਈ, ਜਿਹੜੇ ਅੰਦਰ ਤੁਸੀਂ ਕੱਦੂਆਂ ਦੇ ਬੈੱਡ ਬਣਾਏ ਨੇ, ਉਹਨਾਂ ਦੀ ਕੀ ਤਰਤੀਬ ਹੈ? ਇਹ ਤਕਰੀਬਨ ਖੇਲੀ 18 ਤੋਂ 18 ਫੁੱਟ ਦੇ ਬੈੱਡ। 18 ਤੋਂ 18 ਫੁੱਟ। ਹਾਂਜੀ। ਤੇ ਇਹ ਦੋਵਾਂ ਪਾਸੇ ਲੱਗਦੀ ਪਈ ਜੀ? ਹਾਂਜੀ, ਦੋ ਸਾਈਡਾਂ ਤੇ ਕੱਦੂ ਹੈ। ਠੀਕ ਹੈ ਜੀ। ਤਕਰੀਬਨ 2 ਗਿੱਠਾਂ ਦੇ ਵਾਏ ਤੇ ਇੱਕ ਵੱਲ ਲੱਗੀ ਹੈ। ਠੀਕ ਹੈ ਜੀ। ਇਹਦੇ ਸੈਂਟਰ 'ਚ ਮਰਚ ਲੱਗੀ। ਇਹ ਕੱਦੂ ਹੁਣ ਕਿੰਨੇ ਦੇਰ ਦਾ ਜੀ? ਇਹ ਕੱਦੂ ਚੱਲੇਗਾ ਤਕਰੀਬਨ 6 ਮਹੀਨੇ ਤੱਕ। ਨਹੀਂ, ਹੁਣ ਇਸ ਟਾਈਮ ਦੀ ਐਗਜ਼ੈਕਟ ਉਮਰ ਕਿੰਨੀ? 1 ਮਹੀਨੇ। 1 ਮਹੀਨੇ ਦਾ। ਹਾਂਜੀ। ਇਹਦੇ ਵਿੱਚ ਹੁਣ ਤੁਸੀਂ ਇਹਦੇ ਪੋਲੀਥੀਨ ਦੇ ਵਿੱਚ ਹੀ ਇਹਦੇ ਵਿੱਚ ਮਿਰਚਾਂ ਲਾ ਦੋਗੇ? ਹਾਂਜੀ, ਇਹਦੇ ਵਿੱਚ ਉਹ ਵੀ ਪਨੀਰੀ ਲੱਗੇਗੀ? ਹਾਂਜੀ, ਉਹ ਵੀ। ਉਹਦਾ ਫਾਸਲਾ ਕੀ ਹੋਏਗਾ ਜੀ? ਉਹਦਾ ਫਾਸਲਾ ਤੇ ਇੱਕ ਗਿੱਠ ਹੋਏਗਾ। ਕੱਦੂ ਦੇ ਜਿਹੜੇ ਦਰਮਿਆਨ ਖਾਲੀ ਜਗ੍ਹਾ ਆਪਾਂ ਨਾਲੀ ਵੇਖੀ ਹੈ ਜਿੰਦੇ ਵਿੱਚ ਪਾਣੀ ਚੱਲਦਾ ਹੈ, ਹਾਂਜੀ, ਉਹਦੇ ਵਿੱਚ? ਨਹੀਂ। ਹਾਂਜੀ। ਜਿਹੜੇ 2 ਗਿੱਠਾਂ ਕੱਦੂ ਲੱਗਾ ਨਾ ਵਾਏ ਤੇ, ਠੀਕ ਹੈ। ਉਹਦੇ ਇੱਕ ਗਿੱਠ ਵਾਏ ਤੇ ਮਰਚ ਲੱਗੀ। ਵਿੱਚ ਮਰਚ ਇਹ ਕੱਦੂ ਦੇ ਪੌਦੇ ਦਰਮਿਆਨ ਇੱਕ ਉਹ ਪੌਦਾ ਆ ਗਿਆ। ਠੀਕ ਹੋ ਗਿਆ ਜੀ। ਕੱਦੂ ਦੀਆਂ ਆਪਣਾ ਜੋ ਗਰੋਥ ਹੋਏਗੀ ਨਾ, ਉਹਦੀਆਂ ਵੱਲਾਂ ਸਾਈਡਾਂ ਤੇ ਬਾਹਰ ਆ ਜਾਣਗੀਆਂ। ਇਹ ਜਿਹੜਾ ਤੁਸੀਂ ਜਗ੍ਹਾ ਛੱਡੀ ਹੈ ਜੀ, ਠੀਕ ਹੈ, ਇਹ ਵੱਲਾਂ ਇੱਧਰ ਆ ਜਾਣਗੀਆਂ, ਮਰਚਾਂ ਉੱਤੇ ਨਿਕਲ ਜਾਣਗੀਆਂ। ਇਹ ਜਿਹੜਾ ਛਾਪਰ ਹੈ, ਇਹ ਤੁਸੀਂ ਕਿਦੋਂ ਲਾਣਾ ਹੈ ਜੀ? ਇਹ ਤਕਰੀਬਨ 1 ਮਹੀਨੇ ਬਾਅਦ ਲੈਣਾ। 2 ਮਹੀਨੇ ਬਾਅਦ? ਮਤਲਬ ਬਿਜਾਈ ਤੋਂ ਲੈ ਕੇ 2 ਮਹੀਨੇ ਬਾਅਦ ਇਹ ਲੈ ਜਾਂਦਾ? 2.5 ਮਹੀਨੇ ਬਾਅਦ। ਫਿਰ ਇਹਦੇ ਨਾਲ ਜਿਹੜੀ ਮਰਚ ਉਹ ਵੀ ਠੀਕ ਰਹਿੰਦੀ ਹੈ ਈਟ ਦੇ ਵਿੱਚ? ਈਟ ਦੇ ਵਿੱਚ ਮਰਚ ਤਕਰੀਬਨ ਹੁਣ ਲਾਵਾਂਗੇ ਤੇ ਉਹ ਕੋਰੇ ਨਾਲ ਖਰਾਬ ਹੋਏਗੀ। ਅਗਰ ਓਪਨ ਜਗ੍ਹਾ ਤੇ ਲਾਓ, ਮਤਲਬ ਇਹ ਅੱਜ ਕੱਲ ਓਪਨ ਨਹੀਂ ਲੱਗਦੀ ਓਪਨ। ਤੇ ਇਹ ਤਾਂ ਮਤਲਬ ਬੋਨਸ ਹੋ ਗਿਆ। ਹਾਂਜੀ, ਜ਼ਬਰਦਸਤੀ। ਤੇ ਇਹ ਕੀ ਹੈ ਜੀ? ਇਹ ਤੁਸੀਂ ਕੀ ਲਾਇਆ? ਇਹ ਮਟਰ ਲੱਗਾ ਹੈ ਜੀ। ਜ਼ਬਰਦਸਤ। ਤੇ ਇਹਨਾਂ ਦੇ ਵਿੱਚੋਂ ਮਟਰ ਕੱਦੂ ਹੋ ਗਿਆ ਜੀ, ਹਾਂਜੀ, ਨਾਲ ਮਿਰਚ ਲੱਗ ਜਾਏਗੀ ਸਬਜ਼। ਇਹ ਜਿੰਨਾ ਖਰਚਾ ਕੀਤਾ ਨਾ ਉੱਤੇ, ਹਾਂਜੀ, ਇਹ ਹਿਸਾਬ ਤੇ ਮਟਰ ਜਿਹੜਾ ਨਾ ਇਹ ਖਰਚਾ ਵਾਪਸ ਕਰ ਦਿੰਦਾ ਹੈ। ਕੱਦੂ ਜਿਹੜੇ ਨੂੰ ਪ੍ਰਾਫਿਟ। ਇਹ ਜਗ੍ਹਾ ਕਿੰਨੀ ਹੈ ਜੀ? ਇਹ 2 ਏਕੜ। ਇਹ 2 ਏਕੜ ਦੇ ਵਿੱਚ ਮਤਲਬ ਜਿਹੜਾ ਤੁਹਾਡਾ ਖਰਚਾ ਹੋਇਆ ਹੈ ਸਾਰਾ, ਪੌਦਿਆਂ ਦਾ, ਬਿਜਾਈ, ਬਵਾਈ, ਖਾਦਾਂ ਦਾ, ਉਹ ਸਾਰਾ ਸਾਡਾ ਇਸ ਮਟਰ ਚੋਂ ਨਿਕਲ ਆਏਗਾ? ਹਾਂਜੀ, ਮਟਰ। ਸਭ ਤੋਂ ਪਹਿਲਾਂ ਕਿਹੜੀ ਫਸਲ ਤਿਆਰ ਹੋਏਗੀ? ਸਭ ਤੋਂ ਪਹਿਲੇ ਮਟਰ ਤੇ ਉਸ ਤੋਂ ਬਾਅਦ ਕੱਦੂ। ਮਤਲਬ ਕਿ ਮਟਰ ਤੇ ਕੱਦੂ ਇਕੱਠੇ ਤਿਆਰ ਹੋ ਜਾਣਗੇ, ਲੈਣਾ ਸ਼ੁਰੂ ਹੋ ਜਾਣਗੇ। ਠੀਕ ਹੈ ਜੀ। ਇਹ ਵੱਲ ਜਿੰਨਾ ਚਿਰ ਇੱਥੇ ਪਹੁੰਚਦੇ ਖਤਮ ਮਟਰ ਪਹਿਲਾਂ ਹੋ ਜਾਣਗੇ? ਜਿਹੜੀਆਂ ਸਾਡੀਆਂ ਵੱਲਾਂ ਨੇ ਉਹ ਸਾਰੀ ਜਗ੍ਹਾ ਘੇਰ ਲੈਣਗੀਆਂ, ਇਹ ਸਾਰੀ ਜਗ੍ਹਾ ਜਦੋਂ ਸਾਨੂੰ ਮਟਰ ਦੀ ਜ਼ਰੂਰਤ ਨਹੀਂ ਰਹੇਗੀ। ਦੇਖੋ ਨਾ ਜੀ, ਅਸਲ ਚੀਜ਼ ਹੈ ਕਿ ਸਪੇਸ ਤੋਂ ਜਗ੍ਹਾ ਤੋਂ ਜ਼ਿਆਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਤੱਕ ਜਿਸ ਟਾਈਮ ਤੱਕ ਕੱਦੂ ਦੀਆਂ ਵੱਲਾਂ ਇੱਥੋਂ ਤੱਕ ਆਉਣਗੀਆਂ ਨਾ, ਉਨੀ ਦੇਰ ਤੱਕ ਇਹ ਫਸਲ ਬਰਦਾਸ਼ਤ ਹੋ ਚੁੱਕੀ ਹੋਏਗੀ। ਜ਼ਬਰਦਸਤ ਹੋ ਗਿਆ, ਇਹ ਖਤਮ ਹੋ ਜਾਏਗੀ ਜੀ। ਹੁਣ ਆਮ ਤੌਰ ਤੇ 2 ਸਾਡੇ ਜੋ ਕੱਦੂ ਕਾਸ਼ਤ ਕਰਦੇ ਨੇ, ਦਰਮਿਆਨ ਚ ਇਹਨਾਂ ਨਾਲ ਵਾਇਆ ਉਹ ਖਾਲੀ ਪਿਆ ਰਹਿੰਦਾ। ਸਰ ਮੈਂ ਭਾਈ ਨੇ ਕਿੰਨੀ ਸੋਹਣੀ ਗੱਲ ਕੀਤੀ ਹੈ ਵੀ ਜਿਹੜੇ ਸਾਡੇ ਖਰਚੇ ਨੇ ਸਾਰੇ ਜੀ, ਉਹ ਸਾਡੇ ਮਟਰੀ ਨੇ ਪੂਰੇ ਕਰ ਦੇਣੇ। ਹਾਂਜੀ, ਇਨਸ਼ਾਅੱਲਾ। ਪਿੱਛੇ ਤਾਂ ਬੋਨਸ ਰਹਿ ਗਿਆ ਜੀ। ਮਟਰ 1000 ਰੁਪਏ ਤੜੀ। 1000 ਰੁਪਏ ਤੜੀ ਜਾ ਰਹੀ ਹੈ, ਬੜਾ ਅੱਛਾ ਰੇਟ ਹੈ। ਤਕਰੀਬਨ ਜਿੰਨੇ ਚਿਰ ਨੂੰ ਆਪਣੇ ਤਿਆਰ ਹੋਣ ਮਟਰ ਰਹਿ ਨਹੀਂ ਜਾਣਾ।
जबरदस्त हो गया, मतलब रेट ऊपर चला जाएगा, रेट और कम से कम 1500 तो चला जाएगा। ਹਾਂਜੀ ਤੇ ਸਭ ਤੋਂ ਪਹਿਲਾਂ ਆਪਣਾ ਖਤਮ ਹੋ ਗਿਆ ਮਟਰ, ਹਾਂਜੀ ਉਸ ਤੋਂ ਬਾਅਦ ਆਪਣਾ ਖਤਮ ਹੋ ਗਿਆ ਕੱਦੂ, ਉਸ ਤੋਂ ਬਾਅਦ ਕੱਦੂ ਖਤਮ ਹੋ ਜਾਏਗਾ ਫਿਰ ਐਂਡ ਤੇ ਆਪਣੀ ਹਰੀ ਮਿਰਚ ਖਤਮ ਹੋਏਗੀ। ਜੀ, ਨਾਲ ਹੀ ਹਰੀ ਮਿਰਚ ਤੇ ਕੱਦੂ ਇਕੱਠੇ ਖਤਮ ਹੋ ਜਾਏਗਾ। ਲੋ ਦੋਸਤੋ, ਇਹ ਬੜੀ ਸੋਹਣੀ ਸ਼ੈ ਸਾਨੂੰ ਇੱਥੇ ਵੇਖਣ ਵਾਸਤੇ ਮਿਲੀ ਹੈ, ਤੇ ਕਿਸਾਨ ਵਾਸਤੇ ਤੇ ਜ਼ਾਹਿਰ ਸਾਹਿਬ ਇਹ ਤੋਹਫਾ ਹੀ ਹੈ ਜੀ। जी ਕਿ ਤੋਹਫਾ ਹੀ ਹੈ ਨਾ ਜੀ। माशाल्लाह मुश्ताक भाई, माशाल्लाह काफी दोस्त कर रहे ने, देखो काफी दोस्त कर रहे ने, लेकिन काफी ज्यादा दोस्त ने कड़वाली इन चीज़ों ਸਰ, तो ਸਾਡਾ ਜਿਹੜਾ अपना ਕਿਸਾਨ ना ਉਹ ਤਾਂ ਰਵਾਇਤੀ ਤਰੀਕਿਆਂ वक्फ ਤੋਂ ਬਾਹਰ नहीं है शायद। ਨਿਕਲਦਾ ਹੀ ਨਹੀਂ। ਪਤਾ ਹੀ ਨਹੀਂ जी ਇਨਫੋਰਮੇਸ਼ਨ ਹੀ ਕਿਸੇ ਕੋਲ जी जी सही कह रहे हो इश्ताक साहब, बिल्कुल सही कह रहे हो तुसी। मतलब इश्ताक साहब भी माशाल्लाह एक तरक्की पसंद काश्तकार ने, ग्रोअर ने, ਤੇ ਨਰਸਰੀ ਸਿਲਸਿਲੇ 'ਚ ਮਾਸ਼ਾਅੱਲਾ ਬਹੁਤ ਇਹਨਾਂ ਦੀ ਕਾਫਸ਼ਾਂ ਨੇ ਤੇ ਨਵੇਂ ਤਜਰਬਾਤ ਕਰ ਰਹੇ ਨੇ, ਤੇ ਅਸੀਂ ਇਹਨਾਂ ਕੋਲ ਵੀ ਕਾਫੀ ਗਾਈਡੈਂਸ ਲੈ ਰਹੇ ਹਾਂ ਸਰ, ਜਨਾਬ। ਸਾਨੂੰ ਵੀ ਤੁਹਾਡੀ ਰਾਹ ਇਸ਼ਤਿਆਕ ਭਾਈ ਨੇ ਵਿਖਾਈ ਹੈ, ਅਸੀਂ ਤਾਂ ਇਹਨਾਂ ਨੂੰ ਦੁਆਵਾਂ ਦਿੰਦੇ ਆ। ਅੱਲਾਹ ਪਾਕ ਸਲਾਮਤੀ ਇਨਸ਼ਾਅੱਲਾ ਰੱਖੇ। ਜਦੋਂ ਇਹਨਾਂ ਚੀਜ਼ਾਂ ਤੋਂ ਸਾਡੇ ਕਿਸਾਨ ਨੂੰ ਫਾਇਦਾ ਮਿਲਣਾ ਹੈ ਜੀ, ਹਾਂ। ਫਿਰ ਉਹ ਵੀ ਦੁਆਵਾਂ ਹੀ ਦੇਗਾ। ਅੱਲਾਹ ਕਰੇ ਜੀ ਸਾਡੇ ਅਸੀਂ ਕਿਹੜਾ ਕੋਈ ਛਾਪਰ ਵੇਚਣਾ ਹੈ, ਤਿੰਨ ਤੁਸੀਂ ਫਸਲਾਂ ਦਾ ਆ ਰਿਹਾ ਜੀ ਮਟਰ ਨੇ, ਕੱਦੂ ਨੇ, ਹਰੀ ਮਿਰਚ। ਜੀ ਬਿਲਕੁਲ। ਅੱਛਾ ਨਾਸਰ ਭਾਈ ਨਾ, ਮੈਂ ਥੋੜਾ ਜਿਹਾ ਨਾ ਮਤਲਬ ਹੋਰ ਤੁਹਾਡੇ ਕੋਲ ਪੁੱਛਣਾ ਚਾਹਨਾ, ਤਾਂ ਕਿ ਜਿਹੜਾ ਵੇਖਣ ਵਾਲਾ ਨਾ ਉਹਨੂੰ ਹਰ ਚੀਜ਼ ਖੁੱਲੀ ਡੁੱਲੀ ਦਾ ਪਤਾ ਲੱਗ ਜਾਵੇ। ਬਾਅਦ ਚ ਫਿਰ ਕਮੈਂਟ ਕਰਦੇ ਨੇ ਯਾਰ ਅਸੀਂ ਇਸ ਚੀਜ਼ ਦੇ ਐਕਸਪਰਟ ਨਹੀਂ ਆ, ਤੁਸੀਂ ਹੋ। ਜਿਹੜੀ ਆਪਣੀ ਕੱਦੂਆਂ ਦੀ ਤਰਤੀਬ ਹੈ ਉਹ ਬੈੱਡ ਤੋਂ ਬੈੱਡ ਹੈ 18 ਫੁੱਟ, ਖੇਲੀ ਤੋਂ ਖੇਲੀ 18 ਫੁੱਟ। ਖੇਲ ਤੋਂ ਖੇਲ 18 ਫੁੱਟ। ਹਾਂਜੀ। ਠੀਕ ਹੋ ਗਿਆ ਜੀ, ਉਹ ਅਸੀਂ ਤੁਹਾਨੂੰ ਛਾਪਰ ਦੇ ਵਿੱਚੋਂ ਔਰ ਅੰਦਰ ਬੈੱਡ ਕਿੰਨੇ ਫੁੱਟ ਦਾ ਹੈ ਕੱਦੂ ਵਾਲਾ? ਇਹ ਬੈੱਡ ਖੇਲ ਤੋਂ ਖੇਲ 18 ਫੁੱਟ ਹੈ ਜੀ। ਨਹੀਂ ਅੰਦਰ ਵਾਲਾ ਬੈੱਡ ਕਿਹੜਾ? ਬੈੱਡ ਅੰਦਰ ਵਿੱਚ ਬੈੱਡ ਪੜਿਆ ਨਹੀਂ ਹੈਗਾ ਜੀ। ਨਹੀਂ ਉਹ ਇੱਕ ਖੇਲ ਤੁਸੀਂ ਕਿਹਾ ਕਿੰਨਾ ਫਾਸਲਾ ਹੈ? ਉਹ ਜਿਹੜੀ ਖੇਲ। ਖੇਲੀ ਨਾ ਉਹ ਵਾਲੀ, ਹਾਂ ਉਸ ਖੇਲੀ ਤੋਂ ਨਹੀਂ ਨਹੀਂ ਇਹ ਕਿਹੜਾ ਦੋ ਖੇਲੀਆਂ ਨਾ ਕਿ ਕੱਦੂ ਲੱਗੇ ਨੇ ਅੰਦਰ ਟਨਲ ਦੇ ਅੰਦਰ? ਟਨਲ ਦੇ ਅੰਦਰ ਕਿੰਨੀ ਜਗ੍ਹਾ ਹੈ? ਉਹ ਜਗ੍ਹਾ ਹੈਗੀ ਤਕਰੀਬਨ ਛੋਟੀ ਖੇਲੀ ਗੱਡੀ ਹੈ 2.5 ਫੁੱਟ ਦੀ ਜੀ। 2.5 ਫੁੱਟ ਅੱਛਾ ਇਹ ਪੁੱਛਣਾ ਚਾਹ ਰਹੇ ਸੀ ਅਸਲ ਭਾਈ ਕਿ ਅੰਦਰ ਇਹਦਾ ਨਾ ਕਿੰਨਾ ਵਾਇਆ ਹੈ? ਅੱਛਾ ਇਹ ਜੀ, 2.5 ਫੁੱਟ ਵਾਇਆ ਅੰਦਰ ਹੈਗਾ। ਅੰਦਰ 2.5 ਫੁੱਟ ਹੈ। ਛਾਪਰ ਪਾ ਕੇ ਛਾਪਰ ਉੱਤੇ 10 ਫੁੱਟ ਹੈ, 10 ਫੁੱਟ ਵਾਇਆ ਅੰਦਰ। ਠੀਕ ਹੈ, ਤੇ ਬੈੱਡ ਤੋਂ ਬੈੱਡ 18 ਫੁੱਟ। ਬੈੱਡ ਤੋਂ ਬੈਠ 18 ਤੇ ਜਿਹੜਾ ਆ ਆਪਣਾ ਕੱਦੂ ਵਿੱਚ ਲੱਗਾ ਹੈ ਜੀ, ਇਹ ਮਤਲਬ 9 ਫੁੱਟ ਦੇ ਦਰਮਿਆਨ ਵਾਲੀ ਆਲੀ ਖੇਲ ਬਣ ਗਈ। ਹਾਂਜੀ ਠੀਕ ਹੈ ਨਾ, ਜੋ ਮਤਲਬ ਸਿੰਗਲ ਤੁਸੀਂ ਚਲਾ ਦਿੱਤਾ ਤੇ ਉਹ ਖੇਲ ਬਣ ਗਈ, ਤੇ ਇੱਧਰ ਇਹ ਚਾਰਾਂ ਸਾਈਡਾਂ ਤੇ ਇਹਨੇ ਮੱਟੀ ਲੱਗ ਗਈ। ਇਹ ਤਕਰੀਬਨ 2 ਖੇਲੀਆਂ ਬਣਦੀਆਂ ਨੇ। ਬਾਈ ਇਹਦੀ ਜ਼ਮੀਨ ਦੀ ਤਿਆਰੀ ਦੇ ਵਿੱਚ ਕੋਈ ਖਾਦ ਪਾਈ? ਨਹੀਂ ਇਹਦੇ 'ਚ ਖਾਦ ਨਹੀਂ ਪਾਈ, ਕਿਸੇ ਕੋਈ ਚੀਜ਼ ਵੀ ਨਹੀਂ ਕੋਈ ਪਾਈ? ਚੀਜ਼ ਨਹੀਂ ਪਾਈ। ਇਹ ਖਾਦ ਹੁਣ ਸ਼ੁਰੂ ਕਰਾਂਗੇ ਇਹਦੇ 'ਚ। ਅੱਛਾ, ਇਹ ਕੋਈ ਖਾਦ ਨਹੀਂ ਪਾਈ ਹੁਣ ਕਿਸੇ ਇਹਦੇ ਨੂੰ? 'ਚ ਖਾਦ ਪਵੇਗੀ, ਇੱਕ ਗੋਡੀ ਕਰਕੇ ਡੀਏਪੀ ਖਾਦ ਪਵੇਗੀ। ਇਹ ਇਸ ਤੋਂ ਪਹਿਲੇ ਇਹਦੇ 'ਚ ਮੂੰਜੀ ਕਾਸ਼ਤ ਸੀ, ਚਾਵਲ ਸੀ ਠੀਕ ਹੈ ਜੀ, ਔਰ ਬਲੈਕ ਰਾਈਸ ਬਲੈਕ ਰਾਈਸ ਸੀ ਜੀ ਉਹ ਕਾਸ਼ਤ ਕੀਤਾ ਸੀ ਇਹਦੇ 'ਚ। ਮਾਸ਼ਾਅੱਲਾ ਜੀ, ਦੇਖੋ ਕੈਸੇ ਕੈਸੇ ਚੀਜ਼ਾਂ ਕਾਸ਼ਤ ਕਰਦੇ ਨੇ। ਇਹ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਇਸ ਦਿਨ ਅੱਛਾ ਅੱਛਾ ਸਰ ਉਹਦੀ ਨਾ ਪੈਦਾਵਾਰ ਅੱਛੀ ਹੈਗੀ ਹੈ। ਅੱਛਾ ਜੀ, ਕੀ ਆਈ ਹੈ ਜੀ? ਉਹ ਕਿੰਨੀ ਤਕਰੀਬਨ ਜਗ੍ਹਾ ਸੀ? 2 ਕਿੱਲੇ? ਨਹੀਂ ਉਹ 1 ਏਕੜ ਸੀ ਤਕਰੀਬਨ, ਉਹਦੇ 1 ਏਕੜ ਦੀ ਐਵਰੇਜ ਨਾ 60 ਮਣ ਦੇ ਕਰੀਬ ਆ ਗਈ ਕਮਾਲ ਨਹੀਂ ਹੋ ਗਿਆ? ਜੀ। ਤੇ ਕੋਈ ਐਕਸਟਰਾ ਆਰਡੀਨਰੀ ਨਹੀਂ ਫਰਟੀਲਾਈਜ਼ਰ ਪਲਾਨ ਨੂੰ ਹੁੰਦਾ ਨਾ, ਉਹ ਵੀ ਨਹੀਂ ਸੀ ਆਮ ਨਾਰਮਲ ਜੋ ਫਰਟੀਲਾਈਜ਼ਰ ਪਲਾਨ ਹੁੰਦਾ ਉਹਦੇ ਮੁਤਾਬਕ ਹੀ ਤੇ ਨਾ। ਜਿਹੜੀਆਂ ਆਮ ਵੈਰਾਈਟੀਆਂ ਨੇ ਜੀ, ਸੁਪਰੀ ਹੋ ਗਈ ਐਵੇਂ ਦੀਆਂ, ਇਹਨਾਂ ਦੀ ਕਿੰਨੀ ਆਉਂਦੀ ਹੈ ਸਰ? ਇਹਨਾਂ ਦੀ ਕਿਉਂ ਵੀ ਨਸਲ ਕੀ ਆ ਰਹੀ ਇੱਥੇ ਇਸ ਦਫਾ ਕੀ ਮੈਨੂੰ ਇਸ ਇਲਾਕੇ ਦੇ ਵਿੱਚ, ਕਿਉਂਕਿ ਇਸ ਇਲਾਕੇ ਦੀ ਗੱਲ ਕਰਨੀ ਹੈ ਨਾ ਜੀ। ਜੀ। ਆ ਰਹੀ ਕਿੰਨੇ ਜੀ? 60-65 ਮਣ ਉਹ ਵੀ ਆ ਰਹੀ 60 ਮਣ ਹੋਵੇ ਤੇ ਫਿਰ ਵੀ ਜੀ ਕਈਆਂ ਇਲਾਕਿਆਂ ਦੇ ਵਿੱਚ ਤੇ ਮੇਰਾ ਖਿਆਲ ਹੈ 30-35 ਤੋਂ ਉੱਤੇ ਗਈ ਨਹੀਂ ਬਲੈਕ ਰਾਈਸ, ਜੀ ਕਿਉਂਕਿ ਸੁਣਨੇ ਰਹਿੰਦੇ ਆ ਗਰੁੱਪਾਂ ਦੇ ਵਿੱਚ। ਇਹ ਵੈਰਾਈਟੀ ਇੱਕ ਨਿਯਾਬ ਹੀ ਨਾ, ਇਹ ਤਾਂ ਜੀ ਜੀ ਇਹਨੇ ਇਹਦੇ minerals ਫਿਰ ਜ਼ਿਆਦਾ- ਜੀ ਨਿਊਟ੍ਰੀਐਂਟਸ ਬਹੁਤ ਜ਼ਿਆਦਾ ਨੇ ਇਹਦੇ ਚ ਐਂਥੋਸਾਇਨਿਨ ਜੀ, ਜੀ। ਉਹ ਬਲੈਕ ਕਲਰ ਦੀ ਵਜ੍ਹਾ ਹੈ। ਔਰ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ। ਐਂਟੀਆਕਸੀਡੈਂਟ ਬਹੁਤ ਅੱਛਾ ਹੈ। ਹਾਂਜੀ। ਤੇ ਇਹ ਸ਼ਾਇਦ ਪਿਛਲੀ ਵਾਰੀ ਆਪਾਂ ਗੱਲ ਕੀਤੀ ਜਾਂ ਨਹੀਂ, ਉਹ ਚਲੋ ਹੁਣ ਗੱਲ ਛਿੜ ਪਈ ਤੇ ਆਪਾਂ ਕਰ ਦਿੰਦੇ ਆ। ਸਰ ਨਾ ਇਹ ਜਿਹੜਾ ਬਲੈਕ ਗੰਦਮ ਤੇ ਬਲੈਕ ਚਾਵਲ, ਇਹਨਾਂ ਨੂੰ ਤਾਂ ਬਣਾਇਆ ਗਿਆ ਸੀ ਕਿ ਜਿਵੇਂ ਹੁਣ ਇੰਡੀਆ ਹੈ ਨਾ ਜੀ, ਉੱਥੇ ਗੁਰਬਤ ਬੜੀ ਹੈ, ਤੇ ਐਂਥੋਸਾਇਨਿਨ ਉਹਨਾਂ ਫਲਾਂ ਦੇ ਵਿੱਚ, ਉਹਨਾਂ ਸਬਜ਼ੀਆਂ 'ਚ ਪਾਇਆ ਜਾਂਦਾ ਹੈ, ਜਿਹੜੀਆਂ ਕਲਰ ਵਾਲੀਆਂ ਹੁੰਦੀਆਂ ਨੇ, ਜਿਵੇਂ ਇਹ ਬਲੈਕ ਹੈ ਤੇ ਐਂਟੀਆਕਸੀਡੈਂਟ ਹੈ। ਫਿਰ ਇਹ ਜਿਸਮ ਦੇ ਵਿੱਚ ਐਸੇ ਮਾਦੇ ਪੈਦਾ ਕਰਦਾ ਹੈ ਜਿਹੜੇ ਸਾਡੇ ਜਿਸਮ ਨੂੰ ਬਿਮਾਰੀਆਂ ਤੋਂ ਮਹਿਫੂਜ਼ ਰੱਖਦੇ ਨੇ। ਤੇ ਉਹਨਾਂ ਨੇ ਇਹ ਤਾਂ ਬਣਾਏ ਸਨ ਕਿ ਜਿਹੜੀ ਸਾਡੀ ਆਵਾਮ ਹੈ ਨਾ, ਜਿਹੜੇ ਫਲ ਸਬਜ਼ੀਆਂ ਨਹੀਂ ਖਾ ਸਕਦੇ, ਉਹਨਾਂ ਕੋਲੋਂ ਇਹ ਆਟਾ ਪਹੁੰਚੇ ਤੇ ਉਹਨਾਂ ਦੀ ਖੁਰਾਕ ਦੇ ਵਿੱਚ ਜਿਹੜਾ ਇਹ ਚੀਜ਼ਾਂ ਨੇ ਉਹ ਸ਼ਾਮਲ ਹੋਣ ਤੇ ਬਿਮਾਰੀਆਂ ਘੱਟ ਹੋਣ। ਆਮ ਬੰਦੇ ਦੀ ਨਿਊਟ੍ਰੀਐਂਟਸ ਦੀ ਕਮੀ ਪੂਰੀ ਕਿਉਂਕਿ ਰਹੇ। ਰੋਟੀ ਤਾਂ ਹਰ ਬੰਦਾ ਵਿਚਾਰਾ ਖਾ ਹੀ ਲੈਂਦਾ ਨਾ। ਹਾਂ ਫਰੂਟ ਖਾਣ ਤੋਂ ਬਗੈਰ ਵੀ ਹੁੰਦੀ ਨਿਊਟ੍ਰੀਐਂਟਸ ਦੀ ਪੂਰੀ ਸਰ, ਉਹ ਕਿੰਨੇ ਇੰਡੀਆ ਜਾਈਏ ਦੇ ਜਾਣੇ ਵਿੱਚ ਪੂਰੇ ਰਹਿਣ। ਦੱਸਦੇ ਨੇ ਵੀ ਉੱਥੋਂ ਦੀ ਇੰਨੀ ਗੁਰਬਤ ਹੈ ਕਿ ਲੋਕਾਂ ਨੂੰ ਫਰੂਟਾਂ ਦੇ ਨਾਂ ਨਹੀਂ ਪਤਾ। ਹੂੰ ਤੇ ਉਹਨਾਂ ਨੇ ਇਸ 2013 ਚ ਜਿਹੜੀ ਬਲੈਕ ਗੰਦਮ ਹੈ ਉਹ ਬਣੀ ਸੀ, ਤੇ ਬਲੈਕ ਰਾਈਸ ਤਾਂ ਮੇਰੇ ਖਿਆਲ ਚਾਈਨਾ ਦਾ ਜੀ। ਤੇ ਇਹ ਚਾਈਨਾ ਇੰਡੀਆ ਚ ਵੀ ਕਾਫੀ ਹਾਂਜੀ, ਡਿਵੈਲਪਮੈਂਟ ਹੋ ਜਾਂਦੀ। ਬਲੈਕ ਰਾਈਸ ਬਹੁਤ ਜੀ ਜੀ। ਔਰ ਔਰ ਚਾਈਨਾ ਦੇ ਵਿੱਚ ਖੁਰਾਕ ਦੇ ਵਿੱਚ ਇਹ ਚੀਜ਼ਾਂ ਸ਼ਾਮਲ ਕਰਨੀਆਂ ਸਨ ਤਾਂ ਕਿ ਜਿਹੜੀ ਹੈ ਨਾ ਜੀ, ਉਹ ਲੋਕਾਂ ਦੀ ਸਿਹਤ ਬਰਕਰਾਰ ਰਹੇ ਤੇ ਬਿਮਾਰੀਆਂ ਤੋਂ ਬਚੇ ਰਹੇ। ਇਸ ਤਰਤੀਬ ਦੇ ਬਾਰੇ ਕੋਈ ਗੱਲ ਦੱਸਣਾ ਚਾਹੋ ਵੀ ਛਾਪਰ ਕਿਹੜੀ ਕੁਆਲਿਟੀ ਦਾ ਲੈਣਾ ਹੈ,
ਆ ਛਾਪਰ ਜਿਹੜੀ ਹੈਗਾ ਤੁਸੀਂ ਆ ਇਹ। ਲਾਈਆਂ ਨੇ ਆ ਛੜੀਆਂ ਦੀਆਂ ਵਿੱਚ ਟਨਲ ਬਣਾਇਆ ਹੈ, ਇਹਦਾ ਫਾਸਲਾ ਜਲਾਨੀ ਕਿੰਨਾ ਦਾ ਜੀ। ਰੱਖਿਆ ਜੀ? ਹਾਂਜੀ, ਇਹ ਜਲਾਨੀ ਦਾ ਛਾਪਰ ਹੈ ਜੀ। ਇਹਦਾ ਕੋਈ ਜ਼ੀਰੋ ਦਾ ਨੰਬਰ ਹੁੰਦਾ ਜੀ? ਹਾਂਜੀ ਇਹ 0 ਦਾ ਹੈ। ਇਹ 0 ਦਾ ਹੈ। ਹਾਂਜੀ ਠੀਕ ਹੈ ਜੀ। ਇਹ 2 ਏਕੜ ਦੇ ਵਿੱਚ ਕਿੰਨੇ ਰੋਲ ਲੱਗੇ ਨੇ ਜੀ? ਇਹ 2 ਏਕੜ ਦੇ ਤਕਰੀਬਨ ਲੱਗ ਗਿਆ 2 ਮਣ। 2 ਮਣ। ਹਾਂਜੀ ਰੋਲ ਕਿੰਨੇ ਮਣ ਦਾ ਹੁੰਦਾ ਜੀ? ਮਣ ਦਾ ਰੋਲ ਹੁੰਦਾ ਜੀ। ਮਤਲਬ 2 ਰੋਲ ਲੱਗ ਗਏ। ਹਾਂਜੀ 2 ਰੋਲ। ਤੇ ਜਿਹੜੀਆਂ ਇਹ ਛੜੀਆਂ ਨੇ ਇਹਨਾਂ ਦਾ ਫਾਸਲਾ ਕਿੰਨਾ ਰੱਖਿਆ ਹੈ ਜੀ? ਇਹਨਾਂ ਤਕਰੀਬਨ 2.5 ਫੁੱਟ ਫਾਸ 2 ਫੁੱਟ 2.5 ਫੁੱਟ ਪੈਣਾ 2 ਕਰਮਾ 10 ਫੁੱਟ 10 ਦਾ ਫੁੱਟ। ਤਕਰੀਬਨ। ਤੇ ਤੁਸੀਂ ਮੈਨੂੰ ਦੱਸਦੇ ਪਏ ਸੋ ਵੀ ਅਸੀਂ ਇਹਦੇ ਵਿੱਚ ਗੋਡੀ ਕੀਤੀ ਹੈ, ਹਾਂਜੀ ਤੇ ਜ਼ਹਿਰ ਇਹਨੂੰ ਫਿਰ ਇਹਦੇ ਛਾਪਰ ਦੇ ਵਿੱਚ ਵੜ ਕੇ ਗੋਡੀ ਕਰਨੀ ਆ ਹੈ। ਛਾਪਰ ਦੇ ਵਿੱਚ ਵੜ ਕੇ। ਉਹਦੀ ਮਤਲਬ ਕੀ ਹਿਸਾਬ ਹੈ? ਇਹ ਕਿੰਨਾ ਹੈ? ਇੱਕ ਸਾਈਡ ਤੋਂ ਇਹ ਇਸ ਤੋਂ ਉਧਰ ਕਿੰਨਾ ਹੈ ਜੀ? ਇਸ ਤੋਂ ਉਧਰ ਤਕਰੀਬਨ ਹੈਗਾ 10 ਫੁੱਟ ਵਾਇਆ ਹੈਗਾ। 10 ਫੁੱਟ ਵਾਇਆ ਹੈ। ਹਾਂਜੀ ਤੇ ਜਿਹੜੀ ਛੋਟੀ ਹੈ ਉਹਦੀ ਹਾਈਟ ਕਿੰਨੀ, ਲੰਬਾਈ ਕਿੰਨੀ ਹੁੰਦੀ ਹੈ? ਛੋਟੀ ਵੀ 10 ਫੁੱਟ ਹੈ, ਛਾਪਰ ਵੀ 10 ਫੁੱਟ ਹੈ, ਵਿੱਚ ਵਾਇਆ ਵੀ 10 ਫੁੱਟ ਹੈ। ਤੇ ਮਤਲਬ ਬੰਦਾ ਇਹ ਬਹਿ ਕੇ ਗੋਡੀ ਹਾਂ, ਹੋਣੀ ਹੈ। ਸਵਾਲ ਦਾ ਮਕਸਦ ਇਹ ਹੈ ਕਿ ਹਾਂਜੀ। ਜਿਹੜਾ ਲਾਵੇ ਨਾ ਜੀ ਉਹ ਛੋਟੇ ਨਾ ਬਣਾਵੇ, ਕੱਲ ਨੂੰ ਗੋਡੀ ਨਾ ਕਰ ਸਕੇ। ਇਹ ਦੋਨੋਂ ਸਾਈਡਾਂ ਤੋਂ ਮੂੰਹ ਚੁੱਕਦੀ ਦਾ ਠੀਕ ਹੈ, ਤੇ ਗੋਡੀ ਹੋ ਜਾਂਦੀ। ਤੇ ਵਿੱਚ ਬਹਿ ਕੇ ਫਿਰ ਤੋੜ ਇਧਰੋਂ ਵੀ ਚੁੱਕ ਜਾ ਉਧਰੋਂ ਵੀ ਚੁੱਕ ਜਾ। ਕਿੰਨੀਆਂ ਗੋਡੀਆਂ ਹੋਣਗੀਆਂ ਜੀ ਇਹਨੂੰ? ਇੱਕ ਗੋਡੀ ਹੋਣ ਹੋਏਗੀ, ਫਿਰ ਛਾਪਰ ਤੋਂ ਬਾਹਰ ਹੋਏਗੀ। ਫਿਰ ਛਾਪਰ ਇੱਕ ਹੋ ਚੁੱਕੀ ਹੈ ਇਸ ਤੋਂ ਇੱਕ ਪਹਿਲੇ। ਹੋ ਚੁੱਕੀ ਹੈ, ਇੱਕ ਹੋਰ ਹੋਏਗੀ। ਦੂਸਰੀ ਗੋਡੀ ਛਾਪਰ ਤੋਂ ਬਾਅਦ। ਹਾਂਜੀ ਛਾਪਰ ਤੋਂ ਲੋ ਬਾਹਰ। ਦੋਸਤੋ, ਉਮੀਦ ਕਰਨੇ ਆ ਜੀ ਤੁਹਾਨੂੰ ਅੱਜ ਬੜਾ ਕੁਝ ਸਿੱਖਣ ਨੂੰ ਮਿਲਿਆ ਹੋਏਗਾ ਤੇ ਸਾਨੂੰ ਵੀ ਬੜਾ ਮਿਲਿਆ ਜੀ। ਤੇ ਇਹਨਾਂ ਇਜ਼ਾਦ ਭਾਈ ਦਾ ਇੱਕ ਵਾਰੀ ਮੈਂ ਫਿਰ ਸ਼ੁਕਰੀਆ ਅਦਾ ਕਰਨਾ ਜੀ, ਜਿਨ੍ਹਾਂ ਨੇ ਇੰਨੀ ਮਸਰੂਫੀਅਤ ਦੇ ਬਾਅਦ ਸਾਨੂੰ ਟਾਈਮ ਦਿੱਤਾ ਹੈ। ਤੇ ਇੱਕ ਫਿਰ ਅਸੀਂ ਹੋਰ ਮਾਰਨਾ ਹੈ ਜ਼ਾਦ ਸਾਹਿਬ ਕੋਲ ਇੱਕ ਚੀਜ਼ ਹੋਰ ਇਹਨਾਂ ਨੇ ਸਾਨੂੰ ਦੱਸੀ ਹੈ, ਉਹ ਤੁਹਾਡੇ ਵਾਸਤੇ ਵੀ ਸਰਪ੍ਰਾਈਜ਼ ਹੈ। ਤੇ ਇਨਸ਼ਾਅੱਲਾ ਜਲਦੀ ਅਸੀਂ ਉਹਦੇ ਤੇ ਵੀ ਇੱਕ ਵੀਡੀਓ ਬਣਾਵਾਂਗੇ। ਇਨਸ਼ਾਅੱਲਾ ਜ਼ਾਦ ਇਨਸ਼ਾਅੱਲਾ ਭਾਈ ਸ਼ੁਕਰੀਆ, ਬਹੁਤ ਮਿਹਰਬਾਨੀ। ਨਾਸਿਰ ਭਾਈ ਸ਼ੁਕਰੀਆ, ਸ਼ਤਾਕ ਭਾਈ ਸ਼ੁਕਰੀਆ। ਅੱਲਾਹ ਹਾਫਿਜ਼।